हेलो स्टूडेंट्स, मैं सुखविंदर कौर फ्रॉम डिपार्टमेंट ऑफ इकोनॉमिक्स JGDST कॉलेज हरियाणा ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਮੀਡੀਅਨ ਜੋ ਅਸੀਂ ਪਿਛਲੇ ਲੈਕਚਰ ਤੋਂ ਕਰਨਾ ਸ਼ੁਰੂ ਕੀਤਾ ਹੈ, ਦਾ ਕੰਟੀਨਿਊਸ ਸੀਰੀਜ਼ ਮੀਡੀਅਨ ਦੀ ਕੰਟੀਨਿਊਸ ਸੀਰੀਜ਼ ਕਰਾਂਗੇ। ਮੀਡੀਅਨ ਜਿਸ ਤਰ੍ਹਾਂ ਅਸੀਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ, ਇਜ਼ ਅ ਪੋਜੀਸ਼ਨਲ ਐਵਰੇਜ ਔਰ ਮੀਨ ਮੀਡੀਅਨ ਮੋਡ ਜਿਹੜੇ ਸਾਡੇ ਕੋਲੇ ਹੁੰਦੇ ਆ, ਇਹ ਐਵਰੇਜਸ ਆ, ਪਰ ਜਿਹੜੀ ਇਹ ਸਾਡੀ ਮੀਡੀਅਨ ਆ ਇੱਕ ਪੋਜੀਸ਼ਨਲ ਐਵਰੇਜ ਆ। ਔਰ ਮੀਡੀਅਨ ਨੂੰ ਤੁਸੀਂ ਕੈਪੀਟਲ M ਦੇ ਨਾਲ ਡਿਨੋਟ ਕਰਦੇ ਹੋ। ਇੰਡੀਵਿਜੂਅਲ ਸੀਰੀਜ਼ ਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ ਮੀਡੀਅਨ ਕਿਸ ਤਰ੍ਹਾਂ ਕੈਲਕੂਲੇਟ ਹੁੰਦਾ, ਇਹ ਆਪਾਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ। ਮੀਡੀਅਨ ਇੰਡੀਵਿਜੂਅਲ ਸੀਰੀਜ਼ ਤੇ ਡਿਸਕ੍ਰੀਟ ਸੀਰੀਜ਼ ਦੋਨਾਂ ਦੇ ਲਈ ਮੀਡੀਅਨ ਦਾ ਫਾਰਮੂਲਾ ਜਿਹੜਾ ਸੀ ਉਹ n+1/2th ਆਈਟਮ ਆਪਾਂ ਕੀਤਾ ਸੀ। ਅਤੇ ਆਪਾਂ ਉੱਥੇ ਇਹ ਗੱਲ ਕਲੀਅਰ ਕਰ ਲਈ ਸੀ। ਮੈਂ ਫਿਰ ਤੋਂ ਦੱਸਦੇ ਹਾਂ ਕਿ ਬੇਸ਼ੱਕ ਇੰਡੀਵਿਜੂਅਲ ਸੀਰੀਜ਼ ਅਤੇ ਡਿਸਕ੍ਰੀਟ ਸੀਰੀਜ਼ ਦੋਨਾਂ ਦੇ ਲਈ ਫਾਰਮੂਲਾ ਜੋ ਮੀਡੀਅਨ ਦਾ ਉਹ ਸੇਮ ਹੈ, n+1/2। ਇਸ ਨੂੰ ਅਸੀਂ ਇਸ ਤਰ੍ਹਾਂ ਬੋਲਦੇ ਹਾਂ n+1/2th ਆਈਟਮ। ਫਿਰ ਜੋ ਪੋਜੀਸ਼ਨ ਆਉਂਦੀ ਹੈ, ਪਹਿਲਾਂ ਅਸੀਂ ਸੀਰੀਜ਼ ਨੂੰ ਅਰੇਂਜ ਕਰ ਲੈਂਦੇ ਹਾਂ ਇੰਡੀਵਿਜੂਅਲ ਸੀਰੀਜ਼ ਨੂੰ ਅਸੈਂਡਿੰਗ ਆਰਡਰ ਦੇ ਵਿੱਚ, ਅਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ ਆਪਾਂ ਕਮਿਊਲੇਟਿਵ ਫਰੀਕੁਐਂਸੀ ਬਣਾਉਂਦੇ ਹਾਂ। ਅਤੇ ਉਸ ਤੋਂ ਬਾਅਦ ਪੋਜੀਸ਼ਨ ਜਿਹੜੀ ਆਉਂਦੀ ਹੈ ਉਸ ਜਿਹੜੀ ਵੀ ਆਈਟਮ ਆਉਂਦੀ ਹੈ ਉਸ ਆਈਟਮ ਦੇ ਅਕੋਰਡਿੰਗ ਫਿਰ n+1/2th ਫਾਰਮੂਲਾ ਲਗਾ ਕੇ ਜਿਹੜੀ ਵੀ ਜਿੱਥੇ ਵੀ ਇਹ ਸਾਡਾ ਆਨਸਰ ਲਾਈ ਕਰਦਾ ਹੈ ਉਹਦੇ ਸਾਹਮਣੇ ਕਮਿਊਲੇਟਿਵ ਫਰੀਕੁਐਂਸੀ, ਜਿਸ ਕਮਿਊਲੇਟਿਵ ਫਰੀਕੁਐਂਸੀ ਦੇ ਵਿੱਚ ਲੱਗਦਾ ਹੈ ਕਿ ਸਾਡਾ ਆਨਸਰ ਆਏਗਾ, ਉਹ ਜਿਹੜੀ ਸਾਡੀ ਵੈਲਿਊ ਆਈ ਹੈ n+1/2 ਫਾਰਮੂਲਾ ਲਗਾ ਕੇ ਉਹਦੇ ਸਾਹਮਣੇ ਦੀ x ਜਿਹੜੀ ਸਾਡਾ ਆਨਸਰ ਹੁੰਦੀ ਹੈ। ਅਤੇ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਤਾਂ ਆਪਾਂ ਪੋਜੀਸ਼ਨ ਜਿਹੜੀ ਕਾਊਂਟ ਕਰਦੇ ਹਾਂ ਲੈਫਟ ਹੈਂਡ ਸਾਈਡ ਤੋਂ ਅਸੈਂਡਿੰਗ ਆਰਡਰ ਜੇ ਆਪਾਂ ਕੀਤਾ ਹੋਵੇ ਸੀਰੀਜ਼ ਦਾ। ਮੰਨ ਲਓ ਸਾਡੀ ਜਿਹੜੀ ਕੈਲਕੂਲੇਸ਼ਨ n+1/2 ਕਰਕੇ 3 ਆ ਜਾਂਦੀ, ਥਰਡ ਆਈਟਮ ਆ ਜਾਂਦੀ ਹੈ, ਤਾਂ ਲੈਫਟ ਹੈਂਡ ਸਾਈਡ ਤੋਂ ਥਰਡ ਆਈਟਮ ਤੁਹਾਡਾ ਆਨਸਰ ਹੋਏਗੀ। ਮੀਨਸ ਮੈਂ ਦੱਸਣਾ ਇਹ ਚਾਹੁੰਦੀ ਹਾਂ ਕਿ ਬੇਸ਼ੱਕ ਫਾਰਮੂਲਾ ਸੇਮ ਹੈ n+1/2th ਆਈਟਮ ਇੰਡੀਵਿਜੂਅਲ ਅਤੇ ਡਿਸਕ੍ਰੀਟ ਸੀਰੀਜ਼ ਦੋਨਾਂ ਲਈ, ਪਰ ਇੰਡੀਵਿਜੂਅਲ ਸੀਰੀਜ਼ ਦੇ ਵਿੱਚ n ਜਿਹੜਾ ਉਹ ਹੋਏਗਾ ਨੰਬਰ ਆਫ ਆਈਟਮਸ, ਅਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ n ਹੋਏਗਾ ਸਮੇਸ਼ਨ f ਨੂੰ ਤੁਸੀਂ ਐਡ ਕਰੋਗੇ, ਉਹ ਜਿੰਨਾ ਵੀ ਆਏਗਾ ਉਹ ਤੁਹਾਡਾ n ਹੋਏਗਾ। ਪਰ ਅੱਜ ਹੁਣ ਜਿਹੜਾ ਕੇਸ ਅਸੀਂ ਕਰਨ ਜਾ ਰਹੇ ਹਾਂ ਉਹ ਹੈਗੀ ਹੈ ਮੀਡੀਅਨ ਇਨ ਕੇਸ ਆਫ ਕੰਟੀਨਿਊਸ ਸੀਰੀਜ਼। ਕੰਟੀਨਿਊਸ ਸੀਰੀਜ਼ ਜਿਸ ਦੇ ਵਿੱਚ ਸਾਡੇ ਕੋਲ ਕਲਾਸ ਇੰਟਰਵਲ ਹੁੰਦੀ ਹੈ ਅਤੇ ਫਰੀਕੁਐਂਸੀ ਵੀ ਦਿੱਤੀ ਹੁੰਦੀ ਹੈ। ਔਰ ਕਲਾਸ ਇੰਟਰਵਲ ਅਤੇ ਫਰੀਕੁਐਂਸੀ ਜਦੋਂ ਦਿੱਤੀ ਹੋਵੇ ਤਾਂ ਫਾਰਮੂਲਾ ਜਿਹੜਾ ਮੀਡੀਅਨ ਨੂੰ ਕੈਲਕੂਲੇਟ ਕਰਨ ਦਾ, ਸਭ ਤੋਂ ਪਹਿਲਾਂ ਤਾਂ ਉਹ ਦੇਖਦੇ ਹਾਂ। ਮੀਡੀਅਨ ਇਨ ਕੰਟੀਨਿਊਸ ਸੀਰੀਜ਼ ਹੈ ਅਤੇ ਫਾਰਮੂਲਾ ਹੈ L1 + n/2 -CF ਓਵਰ F × I। ਮੈਂ ਰਿਪੀਟ ਕਰਨ ਲਈ ਹਾਂ, M = L1 + n/2 -CF ਓਵਰ F × I। L1 is a lower limit, F is a frequency, n/2 ਆਪਾਂ n ਸਾਡਾ ਸਮੇਸ਼ਨ F ਹੋਏਗਾ, ਉਹਨੂੰ 2 ਨਾਲ ਡਿਵਾਈਡ ਕਰਾਂਗੇ। CF ਜਿਸ ਦੇ ਵਿੱਚ ਆਪਣਾ ਆਨਸਰ ਲਾਈ ਕਰੇਗਾ, ਇਹ ਆਪਾਂ ਹੁਣੇ ਥੋੜ੍ਹੀ ਦੇਰ ਤੱਕ ਕਰ ਲੈਣਾ ਹੈ, ਕਿੱਥੇ ਆਨਸਰ ਆਏਗਾ, ਕਿਸ ਤਰ੍ਹਾਂ ਆਏਗਾ। ਉਸ ਦੇ ਉੱਪਰ ਜਿਹੜੀ ਇੱਕ ਕਮੂਲੇਟਿਵ ਪ੍ਰੀਵੀਅਸ ਜਿਹੜੀ ਇੱਕ ਸਿੰਪਲ ਅੱਖਰਾਂ 'ਚ ਅਸੀਂ ਕਹਿੰਦੇ ਨੇ ਉਸ ਤੋਂ ਪਹਿਲਾਂ ਵਾਲੀ, ਉਸ ਤੋਂ ਉੱਪਰ ਵਾਲੀ ਜਿਹੜੀ ਕਮੂਲੇਟਿਵ ਫਰੀਕੁਐਂਸੀ ਹੈ, ਅਤੇ I ਜਿਹੜਾ ਹੁੰਦਾ, ਜਿਹੜੀ ਤੁਹਾਡੀ ਕਲਾਸ ਇੰਟਰਵਲ ਹੋਏਗੀ ਉਹਦਾ ਗੈਪ ਉਹ ਹੋਏਗਾ I। ਨਿਊਮੈਰੀਕਲ ਦੀ ਫਾਰਮੂਲਾ ਕੀ ਹੈ, ਲੋਅਰ ਲਿਮਿਟ L1 + n/2 -CF ਓਵਰ F × I। ਔਰ ਕਿਸੇ ਜਗ੍ਹਾ 'ਤੇ n/2 ਨੂੰ n1 ਲਿਖਿਆ ਹੁੰਦਾ, ਕਈ ਵਾਰ ਉਹ n1 ਦਾ ਮਤਲਬ n/2 ਹੀ ਹੋਏਗਾ ਇਨ ਕੇਸ ਆਫ ਮੀਡੀਅਨ ਇਨ ਕੰਟੀਨਿਊਸ ਸੀਰੀਜ਼। ਅਤੇ ਇਹ ਸਾਰਾ ਅਸੀਂ ਇੱਕ ਨਿਊਮੈਰੀਕਲ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਸਾਨੂੰ ਦੇ ਦਿੱਤਾ ਜੀ ਕੈਲਕੂਲੇਟ ਦਾ ਮੀਡੀਅਨ ਫਰੋਮ ਦਾ ਫੋਲੋਇੰਗ ਡਾਟਾ, ਅਤੇ ਸਾਨੂੰ ਦਿੱਤੇ ਹੋਏ ਨੇ ਮਾਰਕਸ, ਐਂਡ ਦੂਸਰਾ ਸਾਨੂੰ ਦਿੱਤਾ ਹੋਇਆ ਨੰਬਰ ਆਫ ਆਈਟਮਸ। ਮਾਰਕਸ ਜਿਹੜੇ ਅਸੀਂ ਕਲਾਸ ਇੰਟਰਵਲ ਹੋਏਗੀ, ਨੰਬਰ ਆਫ ਆਈਟਮਸ ਨੂੰ ਆਪਾਂ ਫਰੀਕੁਐਂਸੀ F ਦੇ ਨਾਲ ਡਿਨੋਟ ਕਰਾਂਗੇ। ਹੁਣ ਦੇਖੋ ਇੱਥੇ ਜਿਹੜੀ ਓਪਨ ਐਂਡਡ ਇੰਟਰਵਲ ਹੈ, ਸਿੰਪਲ ਕਲਾਸ ਇੰਟਰਵਲ ਨਹੀਂ ਹੈ ਤੁਹਾਡੇ ਕੋਲ, ਦਿੱਤਾ ਪਿਆ ਆਪਾਂ ਨੂੰ <5, <10, <15, then <20, <25, <30, <35, <40 and <45। ਹੁਣ ਦੇਖੋ ਇੱਥੇ ਸਾਡਾ ਗੈਪ 5, 10, 15, 20, 25, 30, 35, 40 and 45।
इस तरह 5 का गैप चले आ रहा। तो ये आप जो मीन सॉरी किया तो मीन के भी आप किया कि जो इस तरह हो थोड़ा गैप जिन्ने का भी आ रहा तुसीं उन्ने दे गैप पा के ही क्लास इंटरवल बनानी होंदी आ। तो लैस दैन जां बिलो जो लिखिया होवे तो दित्ती गई जी लिमिट है, जो दित्ती गई वैल्यू है जी अपर लिमिट होंदी है। और जे अबब और मोर दैन लिखिया होवे तो दित्ती गई वैल्यू है जी लोअर लिमिट होंदी है। हुण इत्थे साडे कोले लैस दैन दी फॉर्म च दित्ता गया तो जिहड़ा 5 10 15 20 25 30 35 40 एंड 45 दित्ता होया ये साडा अपर लिमिट है। तो जो असीं इहदी क्लास इंटरवल बनावांगे वो बनेगी 0 to 5 5 to 10 10 to 15 15 to 20 20 to 25 25 to 30 30 to 35 35 to 40 एंड 40 to 45। दैन उसके सामने फ्रीकुएंसी नंबर ऑफ स्टूडेंट्स जोड़े वो साढ़े 6 12 17 30 10 10 8 5 एंड 2 इस तरह है। इस तो बाद इसकी कैलकुलेशन देखते हैं। सब तो पहला तो असी जोड़ा साडा क्लास इंटरवल है उन्होंने देखो उसी फॉर्म च लिख लिया आप इनू असी कहने एक्सक्लूसिव सीरीज़। एक्सक्लूसिव सीरीज़ की होंगी है जिस फस्ट क्लास इंटरवल की अपर लिमिट सैकेंड क्लास इंटरवल की लोअर लिमिट होंगी है। दैन सैकेंड क्लास इंटरवल की अपर लिमिट थर्ड क्लास इंटरवल की लोअर लिमिट होंगी है। मीनस हरेक क्लास इंटरवल की अपर लिमिट नैक्सट क्लास इंटरवल की लोअर लिमिट होएगी। जिस तरह फस्ट क्लास इंटरवल है 0 to 5 अपर लिमिट इत्थे की है 5। दैन नैक्सट लोअर लिमिट की है 5। दैन इसकी अपर लिमिट की है 10 उस तो अगली की लोअर लिमिट की है 10। इस तरह एक एक्सक्लूसिव सीरीज़ साड़ी बन जाती है। उस तो बाद फ्रीकुएंसी आप लिखी तो फ्रीकुएंसी तो सेम उस तरह कम्यूलेटिव फ्रीकुएंसी असीं बनाते हैं जिस तरह असीं बनाई सी डिस्क्रीट सीरीज़ के 6 ऐदा ही। उस तो बाद 6 के 12 ऐड कर देंगे। नैक्सट जी थोड़ी फ्रीकुएंसी है 6 + 12 18 18 के 17 ऐड कर देंगे 35 35 के 30 ऐड कर देंगे 65 65 के 10 ऐड कर देंगे 75 75 के 10 नैक्सट जी थोड़ी फ्रीकुएंसी ऐड करा 85 85 के अगली फ्रीकुएंसी जी साडी सिंपल 8 वो ऐड कर देंगे 93 और 93 के अगली फ्रीकुएंसी है जी 5 ऐड कर देंगे 98। उस तो बाद 98 के लास्ट फ्रीकुएंसी जी साडी सिंपल वाली दित्ती पई सानूं 2 वो ऐड कर देंगे तो 100। इत्थे मैं दसदी हाँ कि आप क्लास इंटरवल सही बनाई है या नहीं। इस लिए आप की करते होंगे कि आप फ्रीकुएंसी भी एक बार वैसे ऐड कर लेने। फ्रीकुएंसी खैर सानूं एडिशन करके लोड भी होंदी है, सानूं समेशन एफ लई लोड भी होंदी है। वैसे असीं वैसे भी कर लें कि देख लीए कि साडी कम्यूलेटिव फ्रीकुएंसी जिन्नी मैक्सीमम हुई है उन्ना ही तुहाडा जोड़ उन्ना ही तुहाडा टोटल होना चाहिए। समेशन एफ उन्ना ही होना चाहिए। उस तो बाद आइटम्स जां इहनूं असीं ग्रुप्स भी लिख सकते हैं। और ये मैं तुहानूं डिस्क्रीट सीरीज़ के केस भी दस्सिया सी ये ऑप्शनल आ, ये जरूरी नहीं है कि तुसीं लिखना होएगा। स्टार्टिंग के लिख लो उस तो बाद जो थोड़ा जिहा प्रैक्टिस हो जाएगी फिर इसकी जरूरत भी नहीं पैगी। और जिहड़ियां आइटम्स ने ये आप कम्यूलेटिव फ्रीकुएंसी तो कैलकुलेट करते हैं 1 तो स्टार्ट करते हैं फिर जिथे तक कोई कम्यूलेटिव फ्रीकुएंसी जाती उत्थे तक उस तो बाद नैक्सट आइटम नैक्सट नंबर अगली आइटम च लिखते हैं। जिस तरह 1 तो लैके पहली थोड़ी CF है 6 तक चले जाएगा। उस तो बाद 7 तो बाद नैक्सट थोड़ी CF जाती 18 तक। उस तो बाद 19 CF हैगी 35 तक 36 उस तो बाद CF है साड़ी 65 तक। इसी तरह 66 75 तक जाएगा। दैन 76 to 85 85 to 86 to 93। दैन 93 तो बाद 94 आ जाएगा तो 98 तक जाएगा 99 एंड थोड़ी जी लास्ट CF है थोड़ी 100 उत्थे तक जाएगा। उस तो बाद देखो जी मैं डिस्क्रीट सीरीज़ भी दस्सिया सी कि जो तुहानूं फ्रीकुएंसी दित्ती होवे उत्थे N का मतलब समेशन F ही होएगा। फॉर्मूला मीडियन का L1 + N/2 - CF / F × I। सब तो पहला तो तुसीं इस फॉर्मूले दे विच N/2 ही कैलकुलेट करोगे। N समेशन F वो कितना है 100 100 नूं 2 नाल डिवाइड कर दोगे तो कितना आ जाता है 50। उस तो बाद देखो 50 देखो किस क्लास इंटरवल च आएगा। ये देखियो आइटम्स दे विच देखो 50 तुहाडा आएगा 36 तो 65 वाली क्लास इंटरवल दे विच 36 तो 65 वाले आइटम ग्रुप दे विच 36 तो 65 के सामने एकदम देखो क्लास इंटरवल किहड़ी है 15 तो 20। इसलिए तुहाडा जिहड़ा मीडियन है वो आएगा 15 तो 20 दे विच ते लोअर लिमिट L1 कितना हो जाएगा 15। उस तो बाद देखो CF
ਜਿੱਥੇ ਤੁਹਾਡਾ ਜਿਹੜੀ ਤੁਹਾਡੀ ਕਲਾਸ ਇੰਟਰਵਲ ਜਿਹੜੇ ਆਈਟਮ ਗਰੁੱਪ ਦੇ ਵਿੱਚ ਤੁਹਾਡਾ ਵੈਲਿਊ ਆ ਰਹੀ ਹੈ ਉਹ ਤੋਂ ਇੱਕ ਉੱਪਰ ਵਾਲੀ ਫ੍ਰੀ CF ਹੁੰਦੀ ਹੈ। 65 ਦੇ ਵਿੱਚ ਤੁਹਾਡਾ ਆਨਸਰ ਲਾਈ ਕਰ ਰਿਹਾ ਤੇ ਇਸ ਤੋਂ ਉੱਪਰ ਵਾਲੀ CF ਕਿੰਨੀ ਹੈ 35। CF ਤੁਹਾਡਾ ਹੋ ਜਾਏਗਾ 35। F ਜਿਹੜੀ ਕੈਲਕੂਲੇਸ਼ਨ ਜਿਹੜੀ ਜਿੱਥੇ ਤੁਹਾਡਾ ਮੋਡ ਲਾਈ ਮੀਡੀਅਨ ਦੀ ਵੈਲਿਊ ਲਾਈ ਕਰੇਗੀ ਮੀਡੀਅਨ ਹੈ ਮੋਡ ਨਹੀਂ, ਮੈਂ ਮੋਡ ਗਲਤ ਕਹਿ ਦਿੱਤਾ। ਜਿੱਥੇ ਤੁਹਾਡੀ M ਦੀ ਵੈਲਿਊ ਲਾਈ ਕਰੇਗੀ 15 ਤੋਂ 20 ਦੇ ਵਿੱਚ ਆਪਾਂ ਕਹਿੰਦੇ ਆਏਗੀ, ਉਹਦੇ ਸਾਹਮਣੇ ਜਿਹੜੀ F ਹੈ ਉਹ ਹੈ 30। N/2 ਆਪਾਂ ਕੱਢੀ ਚੁੱਕੇ ਹਾਂ 50 ਤੇ ਕਲਾਸ ਇੰਟਰਵਲ ਦਾ ਗੈਪ 15 ਤੋਂ 20 ਦਾ ਗੈਪ ਕਿੰਨਾ ਹੋਏਗਾ 5। ਹੁਣ ਅਸੀਂ ਸਾਰਾ ਕੁਝ ਤਾਂ ਕਰ ਚੁੱਕੇ ਹਾਂ। ਹੁਣ ਅਸੀਂ ਸਿਰਫ ਤੇ ਸਿਰਫ ਕੈਲਕੂਲੇਟ ਕਰਨਾ ਹੈ। ਫਾਰਮੂਲੇ 'ਚ ਵੈਲਿਊ ਪੁੱਟ ਕਰਾਂਗੇ ਜੀ L1 15 ਪਲੱਸ N/2 ਆਪਾਂ ਕੀਤਾ ਸੀ 50 ਮਾਈਨਸ CF 35 ਬਾਏ F 30 ਇੰਟੂ ਗੈਪ ਬਿਟਵੀਨ ਕਲਾਸ ਇੰਟਰਵਲ I 5। ਉਸ ਤੋਂ ਬਾਅਦ 15 ਪਲੱਸ 50 ਮਾਈਨਸ 35 15 ਬਾਏ 30 ਇੰਟੂ 5। ਉਸ ਤੋਂ ਬਾਅਦ 15 ਇੰਟੂ 5 15 ਇੰਟੂ 5 75 ਬਾਏ 30 ਦੈਨ 15 ਪਲੱਸ 75 ਨੂੰ 30 ਨੇ ਪਲੱਸ ਕੀਤਾ ਤੇ ਆ ਜਾਂਦਾ 2.5। 15 ਪਲੱਸ 2.5 ਕਿੰਨਾ ਆ ਜਾਏਗਾ 17.5 ਤੇ ਮੀਡੀਅਨ ਦੀ ਵੈਲਿਊ ਜਿਹੜੀ ਸਾਡੀ ਉਹ ਆ ਜਾਂਦੀ ਹੈ 17.5। ਵੈਸੇ ਵੀ ਦੇਖੋ ਸਾਡਾ ਆਨਸਰ ਕਿੱਥੇ ਲਾਈ ਕਰ ਰਿਹਾ ਸੀ ਬਿਟਵੀਨ 15 ਟੂ 20 ਤੇ ਸਾਡਾ ਆਨਸਰ ਕਿੰਨਾ ਆਉਂਦਾ ਪਿਆ 17.5। ਇਸ ਤਰ੍ਹਾਂ ਜਦੋਂ ਤੁਹਾਡਾ ਆਨਸਰ ਤੁਹਾਡੀ ਜਿਹੜੀ ਜਿੱਥੇ ਤੁਹਾਡਾ ਆਨਸਰ ਲਾਈ ਕਰਨਾ ਚਾਹੀਦਾ ਸੀ ਮੀਨਸ 15 ਤੋਂ 20 15 ਟੂ 20 ਦੇ ਇਨ ਬਿਟਵੀਨ ਤੁਹਾਡਾ ਆਨਸਰ ਆਉਣਾ ਚਾਹੀਦਾ ਸੀ। ਤੁਹਾਡਾ ਆਨਸਰ 15 ਆ ਜਾਏ 20 ਆ ਜਾਏ ਜਾਂ ਦੋਨਾਂ ਦੇ ਇਨ ਬਿਟਵੀਨ ਕਿਤੇ ਆ ਜਾਏ, ਜਿਸ ਤਰ੍ਹਾਂ ਤੁਹਾਡਾ 17.5 ਆ ਰਿਹਾ ਤੇ ਸਾਡੇ ਇਸ ਤਰ੍ਹਾਂ ਦੇ ਆਨਸਰ ਦੇ ਠੀਕ ਹੋਣ ਦੇ ਚਾਂਸਸ ਆ ਜਿਹੜੇ 90% ਤੋਂ ਵੀ ਜ਼ਿਆਦਾ ਹੋ ਜਾਂਦੇ ਆ। ਬਹੁਤ ਘੱਟ ਹੁੰਦਾ ਕਿ ਸਾਡਾ ਜੇ ਆਨਸਰ ਦੋਨਾਂ ਲਿਮਿਟਸ ਦੇ ਵਿੱਚ ਆ ਰਿਹਾ ਜਾਂ ਅਪਰ ਲਿਮਿਟ ਆ ਰਹੀ ਹੈ ਜਾਂ ਲੋਅਰ ਲਿਮਿਟ ਜਾਂ ਦੋਨੋਂ ਲਿਮਿਟਸ ਦੇ ਵਿਚਕਾਰ ਜੇ ਸਾਡਾ ਆਨਸਰ ਆ ਰਿਹਾ ਹੋਵੇ ਤੇ ਬਹੁਤ ਘੱਟ ਚਾਂਸਸ ਹੁੰਦੇ ਆ ਕਿ ਉਹ ਗਲਤ ਹੋਵੇ। ਉਹਦੇ ਮੋਰ ਦੈਨ 90% ਚਾਂਸਸ ਹੁੰਦੇ ਆ ਕਿ ਉਹ ਕਰੈਕਟ ਹੀ ਹੁੰਦਾ। ਤੇ ਇਸ ਤੋਂ ਬਾਅਦ ਹੁਣ ਜਿੰਨੇ ਵੀ ਤੁਹਾਡੇ ਕੋਲ ਨਿਊਮੈਰੀਕਲ ਹੈਗੇ ਆ ਤੁਹਾਡੀ ਬੁੱਕ ਦੇ ਉੱਤੇ ਚਾਹੇ ਉਹ ਸਿੰਪਲ ਤੁਹਾਡੀ ਕਲਾਸ ਇੰਟਰਵਲ ਦਿੱਤੀ ਹੋਵੇ ਚਾਹੇ ਇਸ ਤਰ੍ਹਾਂ ਓਪਨ ਐਂਡਡ ਲੈਸ ਦੈਨ ਅਬਵ ਮੋਰ ਦੈਨ ਬਿਲੋ ਇਸ ਤਰ੍ਹਾਂ ਕਰਕੇ ਤੁਹਾਡੀਆਂ ਕਲਾਸ ਇੰਟਰਵਲਸ ਦਿੱਤੀਆਂ ਹੋਣ ਸਾਰੇ ਨਿਊਮੈਰੀਕਲਸ ਤੁਸੀਂ ਕੈਲਕੂਲੇਟ ਕਰ ਲਓਗੇ। ਔਰ ਜੇ ਕਿਤੇ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਆਲ ਦਾ ਬੈਸਟ, ਥੈਂਕ ਯੂ।